ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ। ਸਮੁੰਦਰੀ ਤੱਟਾਂ ਤੇ ਰਹਿਣ ਵਾਲਿਆਂ ਦੀ ਆਰਥਿਕ ਪੱਧਰ ਨੀਵੀਂ ਹੋਣ ਦੇ ਬਾਵਜੂਦ ਉਹਨਾਂ ਦੀ ਜ਼ਿੰਦਗੀ ਮਾਣਨ ਦੀ ਪੱਧਰ ਉੱਚੀ ਰਹਿੰਦੀ ਹੈ। ਜੇਕਰ ਤੁਸੀਂ ਸਭ ਕੁਝ ਜਾਣਦੇ ਹੋ ਤਾਂ ਇਸ ਦਾ ਅਰਥ ਹੈ ਕਿ ਤੁਹਾਡੇ ਕੋਲ ਸਹੀ ਪ੍ਰਕਾਰ ਦਾ ਗਿਆਨ ਨਹੀਂ ਹੈ। ਯਥਾਰਥ ਦੇ ਕੋਹਜ ਤੋਂ ਬਚਣ ਲਈ ਮਨੁੱਖ ਕਲਾ ਦਾ ਸੁਹਜ ਸਿਰਜਦਾ ਹੈ। ਯੋਗਤਾ ਉਹ ਕੁਝ ਕਰਦੀ ਹੈ ਜੋ ਇਹ ਕਰ ਸਕਦੀ ਹੈ। ਨਿਪੁੰਨਤਾ ਉਹ ਕਰਦੀ ਹੈ ਜੋ ਕਰਨ ਦੀ ਲੋੜ ਹੁੰਦੀ ਹੈ। ਬਹੁਤੇ ਲੋਕ ਇਸ ਲਈ ਦੁਖੀ ਹੁੰਦੇ ਰਹਿੰਦੇ ਹਨ ਕਿਉਂਕਿ ਉਹਨਾਂ ਵਿੱਚ ਪ੍ਰਸੰਨ ਹੋਣ ਦੀ ਯੋਗਤਾ ਨਹੀਂ ਹੁੰਦੀ। ਜਦੋਂ ਮੁਸੀਬਤ ਅਤੇ ਹਿੰਮਤ ਇੱਕ ਦੂਜੇ ਨੂੰ ਵਿਗਾੜਨ ਲੱਗ ਪੈਣ ਤਾਂ ਜ਼ਿੰਦਗੀ ਦੇ ਨਵੇਂ ਅਨੁਭਵ ਉਪਜਦੇ ਹਨ। ਜੇ ਤੁਸੀਂ ਉਹੀ ਕੁਝ ਕਰੋਗੇ ਜੋ ਕਰਦੇ ਰਹੇ ਹੋ ਤਾਂ ਤੁਹਾਨੂੰ ਉਹੀ ਕੁਝ ਮਿਲੇਗਾ ਜੋ ਪਹਿਲਾਂ ਹੀ ਤੁਹਾਡੇ ਕੋਲ ਹੈ। ਸੋਹਣੀ ਇਸਤਰੀ ਇੱਕ ਪੁਰਸ਼ ਤੱਕ ਅਤੇ ਤਾਕਤਵਰ ਪੁਰਸ਼ ਇੱਕ ਇਸਤਰੀ ਤੱਕ ਸੀਮਿਤ ਨਹੀਂ ਰਹਿੰਦੇ। ਸਭ ਤੋਂ ਔਖੀ ਲੜਾਈ ਆਪਣੇ ਐਬਾਂ ਨਾਲ ਹੁੰਦੀ ਹੈ। ਇੱਕ ਚੰਗਾ ਇਨਸਾਨ ਬਣ ਕੇ ਜੀਣਾ ਵੀ ਪਰਉਪਕਾਰ ਹੁੰਦਾ ਹੈ। ਰਾਜਨੀਤੀ ਵਿੱਚ ਨਾ ਸਥਾਈ ਮਿੱਤਰ ਹੁੰਦੇ ਹਨ, ਨਾ ਸਥਾਈ ਦੁਸ਼ਮਣ ਹੁੰਦੇ ਹਨ। ਸਥਾਈ ਕੇਵਲ ਸੁਆਰਥ ਹੁੰਦੇ ਹਨ। ਧਰਮ ਮੰਨਣ ਦਾ ਖੇਤਰ ਹੈ, ਸੋਚਣ ਦਾ ਨਹੀਂ। ਕੋਈ ਵੀ ਫਿਲਾਸਫਰ ਕਿਸੇ ਦੂਜੇ ਫਿਲਾਸਫਰ ਨਾਲ ਸਹਿਮਤ ਨਹੀਂ ਹੁੰਦਾ। ਜਦੋਂ ਬਜ਼ੁਰਗਾਂ ਕੋਲ ਸਾਰੇ ਪ੍ਰਸ਼ਨਾਂ ਦੇ ਉੱਤਰ ਹੋ ਜਾਂਦੇ ਹਨ ਤਾਂ ਕੋਈ ਉਹਨਾਂ ਤੋਂ ਕੁਝ ਪੁੱਛਦਾ ਹੀ ਨਹੀਂ। ਸੈਰ ਕਰਦਿਆਂ ਚੰਗੇ ਵਿਚਾਰ ਹੀ ਨਹੀਂ ਸੁੱਝਦੇ, ਭੈੜੀਆਂ ਸੋਚਾਂ ਤੋਂ ਛੁਟਕਾਰਾ ਵੀ ਮਿਲਦਾ ਹੈ। ਜਿਹੜੀਆਂ ਚੀਜ਼ਾਂ ਅਸੰਭਵ ਲੱਗਦੀਆਂ ਹਨ ਉਹਨਾਂ ਨੂੰ ਕਰਨ ਵਿੱਚ ਕੁਝ ਵਾਧੂ ਦੇਰ ਹੀ ਲੱਗਦੀ ਹੈ ਅਤੇ ਉਹ ਅਚਾਨਕ ਸੰਭਵ ਹੋ ਜਾਂਦੀਆਂ ਹਨ। BA ਪਾਸ ਵਿਅਕਤੀ ਪੁਲਿਸ ਵਿੱਚ ਭਰਤੀ ਹੋ ਕੇ 3-4 ਸਾਲਾਂ ਵਿੱਚ 8ਵੀਂ ਜਿਤਨੀ ਯੋਗਤਾ ਵਾਲਾ ਰਹਿ ਜਾਂਦਾ ਹੈ। ਇੱਕ ਅਨਪੜ੍ਹ ਸਕੂਲ ਵਿੱਚ ਨੌਕਰ ਹੋ ਕੇ 3-4 ਸਾਲਾਂ ਵਿੱਚ 8ਵੀਂ ਜਿਤਨੀ ਯੋਗਤਾ ਉਪਜਾ ਲੈਂਦਾ ਹੈ। ਚਲਾਕੀ ਨਲਾਇਕੀ ਵਿੱਚੋਂ ਉਪਜਦੀ ਹੈ। ਜਿਨ੍ਹਾਂ ਦੀ ਯਾਦ ਸ਼ਕਤੀ ਬਹੁਤ ਤੇਜ਼ ਹੁੰਦੀ ਹੈ ਉਹ ਸੋਚ ਦੇ ਪੱਖੋਂ ਬੜੇ ਖੁੰਡੇ ਹੁੰਦੇ ਹਨ। ਭੈੜੀਆਂ ਆਦਤਾਂ ਜੇ ਲੋਪ ਵੀ ਹੋ ਜਾਣ ਤਾਂ ਵੀ ਉਹਨਾਂ ਦੇ ਨਿਸ਼ਾਨੇ ਬਣੇ ਰਹਿੰਦੇ ਹਨ। ਭੈੜੀਆਂ ਆਦਤਾਂ ਜੇ ਅਲੋਪ ਵੀ ਹੋ ਜਾਣ ਤਾਂ ਵੀ ਉਹਨਾਂ ਦੇ ਨਿਸ਼ਾਨ ਬਣੇ ਰਹਿੰਦੇ ਹਨ। ਵਿਦਵਾਨ ਦਾ ਦਿਮਾਗ ਸਵੈ ਵਿਰੋਧੀ ਵਿਚਾਰਾਂ ਦਾ ਖਜ਼ਾਨਾ ਹੁੰਦਾ ਹੈ ਕਿਉਂਕਿ ਉੱਥੇ ਹਰੇਕ ਵਿਚਾਰ ਲਈ ਖੁੱਲ੍ਹੀ ਥਾਂ ਹੁੰਦੀ ਹੈ। ਵਿਵਾਦ ਉਸ ਝਗੜੇ ਨੂੰ ਕਹਿੰਦੇ ਹਨ ਜਿਸ ਦੇ ਦੋਵੇਂ ਪਾਸੇ ਸ਼ੋਰ ਬੜਾ ਹੁੰਦਾ ਹੈ ਪਰ ਕੋਈ ਦਲੀਲ ਨਹੀਂ ਹੁੰਦੀ। ਵਿਗਿਆਨ ਸਾਰੇ ਸੰਸਾਰ ਦਾ ਸਾਂਝਾ ਹੈ। ਧਰਮ ਸਭਨੀ ਥਾਈਂ ਵੰਡੇ ਹੋਏ ਹਨ। ਜੇ ਕਿਸੇ ਖੱਤ ਵਿੱਚ ਕੋਈ ਲਾਈਨ ਕੱਟੀ ਹੋਵੇ ਤਾਂ ਉਸਨੂੰ ਹਰ ਹੀਲੇ ਪੜ੍ਹਨ ਦਾ ਉਪਰਾਲਾ ਕੀਤਾ ਜਾਂਦਾ ਹੈ। ਘਰ ਵਿੱਚ ਵਾਪਸੀ ਉਚੇਚ ਨਹੀਂ ਹੁੰਦਾ। ਇਸੇ ਕਰਕੇ ਘਰ ਵਿੱਚ ਅਸੀਂ ਸੁਖਾਲੇ ਮਹਿਸੂਸ ਕਰਦੇ ਹਾਂ। ਘਰ ਵਿੱਚ ਆਪਸੀ ਉਚੇਚ ਨਹੀਂ ਹੁੰਦਾ। ਇਸੇ ਕਰਕੇ ਘਰ ਵਿੱਚ ਅਸੀਂ ਸੁਖਾਲੇ ਮਹਿਸੂਸ ਕਰਦੇ ਹਾਂ। ਅਗਿਆਨਤਾ ਦਾ ਵੀ ਲਾਭ ਹੁੰਦਾ ਹੈ। ਜੇ ਸਭ ਕੁਝ ਪਤਾ ਹੁੰਦਾ ਤਾਂ ਜੀਵਨ ਸੁਖਦਾਈ ਨਹੀਂ ਦੁਖਦਾਈ ਹੋਣਾ ਸੀ। ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਦਾ ਮਨੋਵਿਸ਼ਲੇਸ਼ਣ ਕਰਨਾ ਔਖਾ ਹੁੰਦਾ ਹੈ। ਜੇਕਰ ਹਰ ਕੋਈ ਸਾਨੂੰ ਪਿਆਰ ਹੀ ਕਰੇ ਤਾਂ ਇਸ ਨਾਲ ਅਸੀਂ ਮਜ਼ਬੂਤ ਨਹੀਂ ਕਮਜ਼ੋਰ ਹੋ ਜਾਵਾਂਗੇ। ਆਪਣੇ ਸਰੀਰ ਨੂੰ ਕੋਈ ਨਫ਼ਰਤ ਨਹੀਂ ਕਰਦਾ ਅਤੇ ਵਿਰੋਧੀ ਦੀ ਅਕਲ ਨੂੰ ਕੋਈ ਪਿਆਰ ਨਹੀਂ ਕਰਦਾ। ਕਿਸੇ ਨੂੰ ਭੰਡਣ ਵਾਸਤੇ ਅਕਲ ਦੀ ਲੋੜ ਨਹੀਂ ਪੈਂਦੀ। ਇਸੇ ਕਰਕੇ ਸਮਝ ਤੋਂ ਕੋਰੇ ਪੁਰਸ਼ ਇਸਤਰੀ ਨੂੰ ਭੰਡਦੇ ਰਹਿੰਦੇ ਹਨ। ਦੁਸ਼ਮਣ ਨੂੰ ਮੁਆਫ਼ ਕਰਨਾ
ਦੋਸਤ ਨੂੰ ਮੁਆਫ ਕਰਨ ਨਾਲੋਂ ਸੌਖਾ ਹੁੰਦਾ ਹੈ, ਕਿਉਂਕਿ ਦੁਸ਼ਮਣ ਨੇ ਕੇਵਲ ਦੁਸ਼ਮਣੀ ਕੀਤੀ ਹੁੰਦੀ ਹੈ, ਜਦੋਂ ਕਿ ਦੋਸਤ ਨੇ ਦੋਸਤੀ ਦੇ ਪਰਦੇ ਹੇਠ ਧੋਖਾ ਦਿੱਤਾ ਹੁੰਦਾ ਹੈ। ਜੇ ਮੁਜਰਿਮ ਸੋਹਣੀ ਔਰਤ ਹੋਵੇ ਤਾਂ ਉਸਦਾ ਜੁਰਮ ਨਹੀਂ, ਇੱਕ ਗਲਤੀ ਹੀ ਪ੍ਰਤੀਤ ਹੁੰਦੀ ਹੈ। ਮਨੁੱਖ ਜੋ ਕੁਝ ਵੀ ਕਰਦਾ ਹੈ, ਉਸਦਾ ਪਹਿਲਾ ਪ੍ਰਭਾਵ ਉਸਦੇ ਆਪਣੇ ਉੱਪਰ ਪੈਂਦਾ ਹੈ। ਮੁਸ਼ਕਲ ਕੀ ਹੁੰਦੀ ਹੈ? ਜੇ ਨੀਂਦਰ ਆ ਰਹੀ ਹੋਵੇ ਤਾਂ ਸੌਣ ਤੋਂ ਇਨਕਾਰ ਕਰਕੇ ਵੇਖ ਲਵੋ। ਸਾਡਾ ਬਟੂਆ ਫੈਸਲਾ ਕਰਦਾ ਹੈ ਕਿ ਕਿਹੜੀ ਚੀਜ਼ ਕਿਤਨੀ ਅਤੇ ਕਿੱਥੋਂ ਲੈ ਕੇ ਖਾਣੀ ਹੈ। ਸੱਚਾ ਅਮੀਰ ਉਹ ਹੈ ਜਿਸ ਕੋਲ ਪੈਸਾ ਖੁੱਲਾ ਹੋਵੇ, ਪਰ ਉਹ ਪ੍ਰਸਿੱਧ ਆਪਣੇ ਚਰਿੱਤਰ ਕਾਰਨ ਹੋਵੇ। ਆਪਣੇ ਆਪ ਤੇ ਹਸੇ ਬਿਨਾਂ ਕੋਈ ਹਸਮੁਖ ਨਹੀਂ ਅਖਵਾਉਂਦਾ। ਦੂਜਿਆਂ ਉੱਤੇ ਹੱਸਣਾ ਹਸਮੁਖ ਹੋਣ ਦਾ ਨਹੀਂ, ਗੁਸਤਾਖ ਹੋਣ ਦਾ ਸਬੂਤ ਹੁੰਦਾ ਹੈ। ਜਿਸ ਨੂੰ ਵੀ ਪਿਆਰ ਕੀਤਾ ਜਾਵੇ ਉਹ ਸੋਹਣਾ ਲੱਗਣ ਲੱਗ ਪੈਂਦਾ ਹੈ। ਤੋਹਫਾ ਲੈ ਕੇ ਕਿਸੇ ਨੇ ਨਹੀਂ ਕਿਹਾ ਕਿ ਇਹ ਤਾਂ ਮੇਰਾ ਹੱਕ ਸੀ। ਕਿਸੇ ਦੇਸ਼ ਦਾ ਮਾਣ ਸਤਿਕਾਰ ਅੰਤਰਰਾਸ਼ਟਰੀ ਮੰਡੀ ਵਿੱਚ ਉਸ ਦੀ ਕਰੰਸੀ ਦੀ ਕੀਮਤ ਅਤੇ ਫੌਜ ਦੀ ਤਾਕਤ ਨਾਲ ਜੁੜਿਆ ਹੁੰਦਾ ਹੈ। ਕਮਜ਼ੋਰ ਬੰਦਾ ਦੋਸਤ ਨਾਲੋਂ ਦੁਸ਼ਮਣ ਹੋਣ ਵਿੱਚ ਵਧੇਰੇ ਲਾਭਦਾਇਕ ਸਾਬਤ ਹੁੰਦਾ ਹੈ। ਜਿਹੜਾ ਆਪਣੇ ਪਰਿਵਾਰ ਨਾਲ ਵਕਤ ਨਹੀਂ ਗੁਜ਼ਾਰਦਾ, ਉਸ ਵਿੱਚੋਂ ਇਨਸਾਨੀਅਤ ਮਨਫੀ ਹੋਣ ਲੱਗ ਪੈਂਦੀ ਹੈ। ਮੁਕੱਦਮਾ ਜਾਂ ਚੋਣ ਹਾਰਨ ਵਾਲਾ ਕੁਝ ਕਹੀ ਜਾਵੇ, ਕੋਈ ਨਹੀਂ ਸੁਣਦਾ। ਜੇ ਸੰਪੂਰਨ ਹੋਣ ਦਾ ਯਤਨ ਕਰੋਗੇ ਤਾਂ ਅਧੂਰੇ ਬੰਦੇ ਸਹਿਣ ਨਹੀਂ ਕਰਨਗੇ। ਜਦੋਂ ਕਿਸੇ ਕਵੀ ਦੀ ਕਵਿਤਾ ਦੇ ਗਲਤ ਅਰਥ ਕੱਢ ਕੇ ਪ੍ਰਸ਼ੰਸਾ ਕੀਤੀ ਜਾਵੇ ਤਾਂ ਉਹ ਕਵੀ ਅਪਮਾਨਿਤ ਮਹਿਸੂਸ ਕਰਦਾ ਹੈ। ਜੇ ਮਸਖਰੇ ਨਾ ਹੁੰਦੇ ਤਾਂ ਜ਼ਿੰਦਗੀ ਲੋਕ ਸਭਾ ਦੇ ਲੰਮੇ ਇਜਲਾਸ ਵਰਗੀ ਹੋਣੀ ਸੀ। ਜਿਹੜਾ ਸਾਨੂੰ ਚੰਗਾ ਨਹੀਂ ਲੱਗਦਾ, ਉਹ ਕੁਝ ਅਜਿਹਾ ਕਰ ਬੈਠਦਾ ਹੈ ਜਿਸ ਨਾਲ ਸਾਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਉਸ ਬਾਰੇ ਸਾਡੀ ਰਾਏ ਠੀਕ ਸੀ। ਅਣਜਾਣ ਸਰੋਤੇ ਕਲਾਸੀਕਲ ਸੰਗੀਤ ਇਸ ਆਸ ਨਾਲ ਸੁਣਦੇ ਹਨ ਕਿ ਸ਼ਾਇਦ ਕੁਝ ਦੇਰ ਮਗਰੋਂ ਸੰਗੀਤ ਸਮਝ ਆਉਣ ਲੱਗ ਪਵੇ। ਜੋ ਸਾਨੂੰ ਚੰਗਾ ਨਹੀਂ ਲੱਗਦਾ, ਉਸ ਦੇ ਗੁਣ ਸਾਡੇ ਲਈ ਕੋਈ ਅਰਥ ਨਹੀਂ ਰੱਖਦੇ। ਕਿਸੇ ਨਲਾਇਕ ਦੇ ਉੱਚੀ ਪਦਵੀ ਤੇ ਬੈਠੇ ਹੋਣ ਜਿਹੀ ਕੋਈ ਚਿੜ ਨਹੀਂ ਹੁੰਦੀ। ਆਪਣੀ ਪ੍ਰਸ਼ੰਸਾ ਸੁਣਦੇ ਹਰੇਕ ਮੰਤਰੀ ਚਿੰਤਾ ਕਰਨ ਲੱਗ ਪੈਂਦਾ ਹੈ ਕਿ ਮੇਰੇ ਬਿਨਾਂ ਸਰਕਾਰ ਚੱਲੇਗੀ ਕਿਵੇਂ। ਦਰਖਤਾਂ ਦੀ ਰਾਖੀ ਦਾ ਠੇਕਾ ਹੁਣ ਆਰੇ ਲੈ ਰਹੇ ਹਨ। ਕੁਝ ਬੰਦਿਆਂ ਨੂੰ ਬਰਦਾਸ਼ਤ ਕਰ ਲੈਣਾ ਹੀ ਉਹਨਾਂ ਦੀ ਪ੍ਰਸ਼ੰਸਾ ਹੁੰਦੀ ਹੈ। ਦਲਾਲੀ ਵਰਗੇ ਕਈ ਧੰਦਿਆਂ ਵਿੱਚ ਝੂਠ ਬੋਲਣਾ ਹੀ ਨਹੀਂ ਪੈਂਦਾ, ਸਗੋਂ ਕੇਵਲ ਝੂਠ ਹੀ ਬੋਲਿਆ ਜਾਂਦਾ ਹੈ। ਹਰ ਵੇਲੇ ਰਹਿਣ ਵਾਲਾ ਦਰਦ ਸਾਡੇ ਸੰਸਾਰ ਦਾ ਆਕਾਰ ਛੋਟਾ ਕਰ ਦਿੰਦਾ ਹੈ। ਅਜੋਕਾ ਮਨੁੱਖ ਗੁੰਡਿਆਂ ਤੋਂ ਬਚ ਜਾਂਦਾ ਹੈ, ਪਰ ਥਾਣੇ ਵਿੱਚ ਲੁੱਟਿਆ ਜਾਂਦਾ ਹੈ। ਹੁਣ ਤਾਂ ਜੁਗਨੂੰ ਵੀ ਅੱਗ ਲਾਉਣ ਦੀਆਂ ਧਮਕੀਆਂ ਦੇ ਰਹੇ ਹਨ। ਯੂਰਪ ਵਿੱਚ ਲਾੜਾ ਅਤੇ ਲਾੜੀ ਸੁਹਾਗ ਰਾਤ ਵਿੱਚ ਸ਼ਰਮਾਉਂਦੇ ਨਹੀਂ, ਕਿਉਂਕਿ ਕਿਸੇ ਦਾ 6ਵਾਂ ਅਤੇ ਕਿਸੇ ਦਾ 7ਵਾਂ ਵਿਆਹ ਹੋਇਆ ਹੁੰਦਾ ਹੈ। ਕਈਆਂ ਦੀ ਗੱਲ ਸੁਣ ਕੇ ਇੰਜ ਲੱਗਦਾ ਹੈ ਜਿਵੇਂ ਸੂਰਜ ਚੰਨ ਬਣ ਗਿਆ ਹੋਵੇ। ਕੀ ਪਤਾ ਨੇਤਾ, ਨੌਕਰ, ਮਿੱਤਰ, ਬਿਜਲੀ, ਟੈਲੀਫੋਨ ਕਦੋਂ ਧੋਖਾ ਦੇ ਜਾਣ। ਅਬਲਾ ਡਾਕੂ ਨੂੰ ਕਹਿੰਦੀ ਹੈ, ਮੈਨੂੰ ਅਗਲਾ ਥਾਣਾ ਪਾਰ ਕਰਵਾ ਦਿਓ। ਪਾਰਟੀਆਂ ਦੇ ਝੰਡੇ ਅਤੇ ਨਿਸ਼ਾਨ ਵੱਖ-ਵੱਖ ਹੁੰਦੇ ਹਨ, ਪਰ ਰਾਜਨੀਤੀ ਇੱਕ ਹੀ ਹੁੰਦੀ ਹੈ। ਪਹਿਲਾ ਪ੍ਰਭਾਵ ਪਾਉਣ ਦਾ ਮੌਕਾ ਦੂਜੀ ਵਾਰੀ ਨਹੀਂ ਮਿਲਦਾ। ਜ਼ਿੰਦਗੀ ਦਾ ਸਿਲੇਬਸ ਬਦਲ ਜਾਣ ਕਾਰਨ ਅਜੋਕੇ ਯੁੱਗ ਵਿੱਚ ਜਿਉਣਾ ਬੜਾ ਮੁਸ਼ਕਿਲ ਹੋ ਗਿਆ ਹੈ। ਰਾਜਨੀਤੀ ਵਿੱਚ ਸੱਪ ਬੀਨ ਵਜਾਉਂਦੇ ਹਨ ਅਤੇ ਸਪੇਰੇ ਨੱਚਦੇ ਹਨ। ਆਪਣੇ ਲੱਖਾਂ ਸਾਲਾਂ ਦੇ ਇਤਿਹਾਸ ਵਿੱਚ ਮਨੁੱਖ ਨੂੰ ਪ੍ਰਦੂਸ਼ਣ ਦੀ ਸਮੱਸਿਆ ਦਾ ਪਹਿਲੀ ਵਾਰ ਸਾਹਮਣਾ ਕਰਨਾ ਪੈ ਰਿਹਾ ਹੈ।
ਮੰਗਤੇ ਨੂੰ ਇਸ ਗੱਲ ਦਾ ਮਾਣ ਹੁੰਦਾ ਹੈ ਕਿ ਉਹ ਮੰਗਤਾ ਹੈ, ਚੋਰ ਨਹੀਂ। ਚੋਰ ਨੂੰ ਇਸ ਗੱਲ ਦਾ ਮਾਣ ਹੁੰਦਾ ਹੈ ਕਿ ਉਹ ਚੋਰ ਹੈ, ਕਾਤਲ ਨਹੀਂ। ਸ਼ਰਾਬੀ ਨੂੰ ਹਜ਼ਾਰਾਂ ਵਾਰ ਸ਼ਰਾਬ ਛੱਡਣ ਦਾ ਤਜਰਬਾ ਹੁੰਦਾ ਹੈ। ਕਹਿੰਦੇ ਤਾਂ ਸਾਰੇ ਹਨ ਕਿ ਅਸੀਂ ਬਰਾਬਰ ਹਾਂ, ਪਰ ਕੋਈ ਆਪਣੇ ਤੋਂ ਨੀਵਿਆਂ ਸੰਬੰਧੀ ਇਸ ਨੇਮ ਨੂੰ ਆਪ ਅਮਲ ਵਿੱਚ ਨਹੀਂ ਲਿਆਉਂਦਾ। ਉਮਰ ਦੇ ਇੱਕ ਪੜਾਅ ਤੇ ਆ ਕੇ ਮਨੁੱਖ ਸਾਰੇ ਸੰਸਾਰ ਲਈ ਇੱਕ ਅਣਚਾਹਿਆ ਮਹਿਮਾਨ ਬਣ ਜਾਂਦਾ ਹੈ। ਸੁੰਦਰਤਾ ਦਾ ਕੋਈ ਨਿਰਪੱਖ ਪੈਮਾਨਾ ਨਹੀਂ ਹੁੰਦਾ, ਇਸੇ ਕਾਰਨ ਹਰ ਕੋਈ ਆਪਣੀ ਪਸੰਦ ਵਾਲੀ ਸੁੰਦਰਤਾ ਦੀ ਭਾਲ ਵਿੱਚ ਹੈ। ਜੇ ਅਕਲ ਵਾਂਗ ਤਜਰਬਾ ਅਸਰ ਨਹੀਂ ਕਰਦਾ ਤਾਂ ਉਪਦੇਸ਼ ਵੀ ਨਹੀਂ ਕਰੇਗਾ। ਜਦੋਂ ਕੋਈ ਮਰਦਾ ਹੈ, ਇੱਕ ਹੀ ਨਹੀਂ ਮਰਦਾ, ਕਿਸੇ ਦਾ ਪਿਤਾ, ਕਿਸੇ ਦਾ ਪੁੱਤਰ, ਕਿਸੇ ਦਾ ਪਤੀ, ਗੁਆਂਢੀ ਜਾਂ ਦੋਸਤ ਮਰਦਾ ਹੈ ਅਤੇ ਹਰ ਕੋਈ ਮਰਨ ਵਾਲੇ ਨਾਲ ਆਪਣੇ ਰਿਸ਼ਤੇ ਦਾ ਦਰਦ ਜਰਦਾ ਹੈ। ਆਤੰਕਵਾਦ ਦਾ ਨੇਮ ਹੈ, ਇੱਕ ਨੂੰ ਮਾਰੋ, ਹਜ਼ਾਰਾਂ ਨੂੰ ਡਰਾਓ। ਜਦੋਂ ਮੌਜ ਮੇਲੇ ਦੀ ਹਿੰਮਤ ਨਹੀਂ ਰਹਿੰਦੀ ਤਾਂ ਮਨੁੱਖ ਕਹਿੰਦਾ ਹੈ ਸਭ ਕੁਝ ਤਿਆਗ ਦਿੱਤਾ ਹੈ। ਅਸੀਂ ਜਦੋਂ ਚਾਹੀਏ ਆਪਣੀਆਂ ਯਾਦਾਂ ਦੀ ਅੱਖ ਨਾਲ ਵਿਛੜ ਗਏ ਆਪਣੇ ਪਿਆਰਿਆਂ ਨੂੰ ਵੇਖ ਸਕਦੇ ਹਾਂ। ਮਾਪਿਆਂ ਲਈ ਆਪਣੀ ਸੰਤਾਨ ਦਾ ਸੰਸਕਾਰ ਕਰਨ ਜਿਹਾ ਦੁਖਦਾਈ ਅਨੁਭਵ ਕੋਈ ਨਹੀਂ ਹੁੰਦਾ। ਪਿਆਰੇ ਨੂੰ ਯਾਦ ਕਰਦਿਆਂ ਉਹ ਕੁਝ ਵੀ ਮਹਿਸੂਸ ਕੀਤਾ ਜਾਂਦਾ ਹੈ ਜੋ ਪਿਆਰ ਕਰਦਿਆਂ ਮਹਿਸੂਸ ਕਰਨੋਂ ਰਹਿ ਗਿਆ ਸੀ। ਸਿਆਣੇ ਅਤੇ ਸਾਊ ਬੰਦੇ ਜ਼ਿੰਦਗੀ ਦੀ ਅਸੀਸ ਹੁੰਦੇ ਹਨ। ਉਹਨਾਂ ਦੇ ਹੁੰਦਿਆਂ ਜ਼ਿੰਦਗੀ ਦੇ ਚੰਗੇ ਹੋਣ ਦੀ ਆਸ ਬਣੀ ਰਹਿੰਦੀ ਹੈ। ਪਿਆਰ ਵਿੱਚ ਪ੍ਰੇਮਿਕਾ ਇਤਨੀ ਸੋਹਣੀ ਲੱਗਦੀ ਹੈ ਕਿ ਉਸਦੇ ਨੈਣ ਹਿਰਨਾਂ ਨੂੰ ਵੇਖਣੇ ਚਾਹੀਦੇ ਹਨ। ਪ੍ਰੇਮੀ ਇਤਨਾ ਪੂਰਾ ਲੱਗਦਾ ਹੈ ਕਿ ਚੰਨ ਅਧੂਰਾ ਲੱਗਦਾ ਹੈ। ਨਦੀਆਂ ਜੰਮਦੀਆਂ ਪਹਾੜਾਂ ਵਿੱਚ ਹਨ, ਪਰ ਪਹਾੜਾਂ ਵਿੱਚ ਰਹਿੰਦੀਆਂ ਨਹੀਂ, ਕਿਉਂਕਿ ਉਹਨਾਂ ਨੇ ਸਮੁੰਦਰ ਦਾ ਚੁੱਲ੍ਹਾ ਚੌਂਕਾ ਸਾਂਭਣਾ ਹੁੰਦਾ ਹੈ। ਜਦੋਂ ਸੂਰਜ ਸੋ ਜਾਂਦਾ ਹੈ ਤਾਂ ਸੁਪਨੇ ਜਾਗ ਪੈਂਦੇ ਹਨ। ਮਿਲਾਪ ਦੇ ਦਿਨ ਜਾਂ ਘੰਟੇ ਹੀ ਹੁੰਦੇ ਹਨ, ਵਿਛੋੜੇ ਦੇ ਸਾਲ ਅਤੇ ਮਹੀਨੇ ਮੁੱਕਣ ਵਿੱਚ ਹੀ ਨਹੀਂ ਆਉਂਦੇ। ਪ੍ਰੇਮਿਕਾ ਭਾਵੇਂ ਸਭ ਕੁਝ ਜਾਣਦੀ ਹੋਵੇ, ਉਹ ਇਹ ਨਹੀਂ ਜਾਣਦੀ ਹੁੰਦੀ ਕਿ ਪ੍ਰੇਮੀ ਉਸਦੀ ਕਿਤਨੀ ਉਡੀਕ ਕਰਦਾ ਹੈ। ਜੇ ਕਿਸੇ ਵਿਛੜੇ ਦੀ ਰਾਖ ਬਗੀਚੇ ਵਿੱਚ ਦਬਾ ਦਿੱਤੀ ਜਾਵੇ ਤਾਂ ਇੰਝ ਲੱਗੇਗਾ ਕਿ ਪਿਆਰਾ ਸੁੱਤਾ ਪਿਆ ਹੈ, ਫੁੱਲ ਜਾਗ ਪਏ ਹਨ। ਕਈਆਂ ਨੂੰ ਹੀਰ ਮਿਲਣ ਤੋਂ ਪਹਿਲਾਂ ਕੈਦੋਂ ਮਿਲ ਪੈਂਦਾ ਹੈ। ਕਈ ਬੰਦੇ ਸਲਾਬੀ ਮਾਚਿਸ ਦੀ ਡੱਬੀ ਵਾਂਗ ਹੁੰਦੇ ਹਨ, ਸਮਝ ਨਹੀਂ ਆਉਂਦੀ ਰੱਖੀਏ ਕਿ ਸੁੱਟੀਏ। ਸੰਗੀਤਕਾਰਾਂ ਦੇ ਸਾਹ ਵੀ ਬੰਦਿਸ਼ ਵਿੱਚ ਬੰਝੇ ਹੁੰਦੇ ਹਨ। ਰਿਸ਼ਤੇਦਾਰ ਮੌਸਮ ਵਾਂਗ ਕਦੇ ਵੀ ਉਮੀਦ ਤੇ ਪੂਰੇ ਨਹੀਂ ਉਤਰਦੇ। ਹਰ ਪ੍ਰੇਮੀ ਨੂੰ ਆਪਣੀ ਪ੍ਰੇਮਿਕਾ ਦੀਆਂ ਅੱਖਾਂ ਵਿੱਚੋਂ ਰੰਗਲੇ ਭਵਿੱਖ ਦੇ ਤਾਰਿਆਂ ਵਾਲੀ ਰਾਤ ਵਿਖਾਈ ਦਿੰਦੀ ਹੈ। ਗਲੇ ਲਾ ਕੇ ਪਿੱਠ ਤੇ ਵਾਰ ਕਰਨ ਨੂੰ ਧੋਖਾ ਕਹਿੰਦੇ ਹਨ। ਗਿਲੇ ਸ਼ਿਕਵੇ ਉਹੀ ਕਰਦੇ ਹਨ ਜਿਹੜੇ ਮੁਹੱਬਤ ਨੂੰ ਰਿਸ਼ਤੇ ਵਿੱਚ ਵਟਾ ਲੈਂਦੇ ਹਨ। ਫਲਸਫੇ ਵਿੱਚ ਜਜ਼ਬਾਤਾਂ ਦੇ ਦਖਲ ਲਈ ਕੋਈ ਥਾਂ ਨਹੀਂ ਹੁੰਦੀ। ਪੰਛੀ ਨੂੰ ਪਿੰਜਰੇ ਵਿੱਚ ਉਦੋਂ ਤੱਕ ਹੀ ਰੱਖਿਆ ਜਾਂਦਾ ਹੈ ਜਦੋਂ ਤੱਕ ਉਸ ਵਿੱਚ ਉੱਡਣ ਦੀ ਹਿੰਮਤ ਹੁੰਦੀ ਹੈ। ਸੂਰਜ ਆਪਣੀ ਚਮਕ ਤੋਂ ਛੁਟਕਾਰਾ ਨਹੀਂ ਪਾ ਸਕਦਾ। ਵਿਗਿਆਨ ਵਿੱਚ ਕੁਝ ਵੀ ਪੁਰਾਣਾ ਜਾਂ ਨਵਾਂ, ਸਥਾਨਕ ਜਾਂ ਰਾਸ਼ਟਰੀ, ਪਰੰਪਰਾਵਾਦੀ ਜਾਂ ਅਗਾਂਹਵਾਧੂ ਨਹੀਂ ਹੁੰਦਾ। ਹਰੇਕ ਵਿਅਕਤੀ ਵਿੱਚ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਪਤਵੰਤਾ ਬਣਨ ਦੀ ਸੁਭਾਵਿਕ ਰੀਝ ਹੁੰਦੀ ਹੈ। ਕਈ ਅਨੁਭਵਾਂ ਨੂੰ ਦਿਮਾਗ ਨਹੀਂ, ਮਨ ਵੀ ਨਹੀਂ, ਆਤਮਾ ਹੀ ਪ੍ਰਗਟਾਉਂਦੀ ਹੈ। ਬਹੁਤ ਪ੍ਰਸ਼ੰਸਾ ਹੋਣ ਤੇ ਮਨੁੱਖ ਇਹ ਭੁਲੇਖਾ ਸਿਰਜ ਲੈਂਦਾ ਹੈ ਕਿ ਸੰਸਾਰ ਦਾ ਉਸ ਬਿਨਾਂ ਨਹੀਂ ਸਰਨਾ, ਪਰ ਇਹੀ ਸਮਾਂ ਹੁੰਦਾ ਹੈ ਜਦੋਂ ਪੈਰ ਨਹੀਂ ਉਖੜਨੇ ਚਾਹੀਦੇ। ਜਿਸ ਵਾਸਤੇ ਕੋਈ ਵਿਅਕਤੀ ਰੋਂਦਾ ਹੈ, ਉਸ ਦਾ ਉਦੇਸ਼ ਕਦੇ ਵੀ ਉਸ ਨੂੰ ਰਵਾਉਣ ਦਾ ਨਹੀਂ ਹੁੰਦਾ।
ਵਿਸ਼ਾਲ ਇਰਾਦਿਆਂ ਵਾਲਾ ਮਨੁੱਖ ਝਗੜਾ ਨਹੀਂ ਕਰ ਸਕਦਾ, ਕਿਉਂਕਿ ਵਿਸ਼ਾਲਤਾ ਝਗੜਨ ਨਹੀਂ ਦੇਵੇਗੀ। ਪਿਆਰ ਕਰਨ ਦੀ ਸਿਖਲਾਈ ਨਹੀਂ ਲਈ ਜਾਂਦੀ, ਕਰਨ ਲੱਗ ਪੈਂਦੇ ਹਾਂ, ਹੋਣ ਲੱਗ ਪੈਂਦਾ ਹੈ, ਕਰਨਾ ਆ ਜਾਂਦਾ ਹੈ। ਉਦਾਰਤਾ ਹੌਸਲੇ ਨਾਲ ਜੁੜ ਕੇ ਬਹਾਦਰੀ, ਨਿਆਂ ਨਾਲ ਜੁੜ ਕੇ ਸਰਬੱਤ ਦਾ ਭਲਾ, ਦਇਆ ਨਾਲ ਜੁੜ ਕੇ ਖਿਮਾ ਅਤੇ ਹਮਦਰਦੀ ਨਾਲ ਜੁੜ ਕੇ ਮਿਹਰਬਾਨੀ ਬਣ ਜਾਂਦੀ ਹੈ। ਸੋਹਣੀ ਉਹ ਹੁੰਦੀ ਹੈ ਜਿਸ ਨੂੰ ਵੇਖ ਕੇ ਸ਼ੀਸ਼ਾ ਵੀ ਕਹਿ ਉੱਠੇ, ਵਾਹ ਵਾਹ। ਪ੍ਰੇਮੀ ਸਮਝਦਾ ਹੈ ਕਿ ਸੁਹਾਗਾ ਉਸ ਕੋਲ ਹੈ ਅਤੇ ਸੋਹਣਾ ਪ੍ਰੇਮਿਕਾ ਕੋਲ ਹੈ। ਪ੍ਰੇਮੀ ਸਮਝਦਾ ਹੈ ਕਿ ਸੁਹਾਗਾ ਉਸ ਕੋਲ ਹੈ ਅਤੇ ਸੋਹਣਾ ਪ੍ਰੇਮਿਕਾ ਕੋਲ ਹੈ। ਕੇਵਲ ਪੜ੍ਹਨ ਨਾਲ ਚੱਜ ਅਚਾਰ ਨਹੀਂ ਉਪਜਦਾ, ਪੜ੍ਹਨ ਨਾਲ ਸਮਝ ਸੂਝ ਉਪਜਦੀ ਹੈ, ਜਿਹੜੀ ਚੱਜ ਅਚਾਰ ਦਾ ਆਧਾਰ ਹੁੰਦੀ ਹੈ। ਮੁਸਕਰਾਉਂਦੇ ਚਿਹਰਿਆਂ ਨੂੰ ਹਰ ਥਾਂ ਦੋਸਤ ਹੀ ਮਿਲਦੇ ਹਨ, ਤਿਉੜੀ ਵਾਲਿਆਂ ਨੂੰ ਹਰ ਥਾਂ ਵਿਰੋਧੀ ਹੀ ਲੱਭਦੇ ਹਨ। ਪਿਆਰ ਉਹ ਅੰਦਰਲੀ ਖੁਸ਼ੀ ਹੈ ਜਿਸ ਦਾ ਕਾਰਨ ਬਾਹਰ ਹੁੰਦਾ ਹੈ। ਝਗੜਨ ਵਾਲੇ ਝਗੜਨ ਤੋਂ ਪਹਿਲਾਂ ਆਪਣੇ ਸੰਸਾਰ ਨੂੰ ਸੋਹਣਾ ਕਰ ਲੈਂਦੇ ਹਨ। ਈਸਾਈ, ਯਹੂਦੀ ਅਤੇ ਇਸਲਾਮੀ ਧਰਮਾਂ ਵਿੱਚ ਇੱਕ ਹੀ ਜੀਵਨ ਦਾ ਸੰਕਲਪ ਹੈ। ਇਸ ਲਈ ਇਹਨਾਂ ਸਮਾਜਾਂ ਵਿੱਚ ਪਿਛਲੇ ਜਨਮ ਦੀਆਂ ਗੱਲਾਂ ਕਰਨ ਵਾਲੇ ਬੱਚੇ ਨਹੀਂ ਜੰਮਦੇ। ਪੁਰਸ਼ ਇਸਤਰੀ ਨੂੰ ਵੇਖ ਕੇ ਪਿਆਰ ਕਰਦੇ ਹਨ, ਇਸਤਰੀਆਂ ਪੁਰਸ਼ਾਂ ਨੂੰ ਸੁਣ ਕੇ। ਮੁਸਕਰਾਹਟ ਹੁੰਦੀ ਕਮਾਨ ਵਾਂਗ ਟੇਢੀ ਹੈ, ਪਰ ਅਸਰ ਤੀਰ ਵਾਂਗ ਸਿੱਧਾ ਕਰਦੀ ਹੈ। ਪ੍ਰੇਮੀ ਸਮਝਦਾ ਹੈ ਕਿ ਰੱਬ ਨੇ ਚੰਨ ਤਾਰੇ ਉਸਦੀ ਪ੍ਰੇਮਿਕਾ ਨੂੰ ਸਿਰਜਣ ਤੋਂ ਪਹਿਲਾਂ ਰਿਆਜ਼ ਵਜੋਂ ਉਪਜਾਏ ਹੋਣਗੇ। ਮੁਸਕਰਾਉਣ ਵਾਲਾ ਸਾਨੂੰ ਸੁੰਦਰਤਾ ਦਾ ਗਵਾਹ ਬਣਾ ਲੈਂਦਾ ਹੈ। ਕਹਿੰਦੇ ਹਨ, ਈਸਾ ਨੇ ਖੂਹ ਵਿੱਚ ਵੇਖਿਆ ਅਤੇ ਪਾਣੀ ਸ਼ਰਾਬ ਹੋ ਗਿਆ। ਅਸਲ ਵਿੱਚ ਪਾਣੀ ਨੇ ਜਦੋਂ ਆਪਣਾ ਮਹਿਬੂਬ ਵੇਖਿਆ ਹੋਵੇਗਾ ਤਾਂ ਉਹ ਸ਼ਰਮ ਅਤੇ ਹਿਆ ਨਾਲ ਲਾਲ ਹੋ ਗਿਆ ਹੋਵੇਗਾ। ਪਹਿਲਾਂ ਹੀ ਮਿੱਥੇ ਗਏ ਸਿੱਟੇ ਤੋਂ ਆਰੰਭ ਹੋਣ ਵਾਲੀ ਗੱਲਬਾਤ ਨਾ ਆਪ ਦੂਰ ਜਾਂਦੀ ਹੈ, ਨਾ ਹੀ ਇਹ ਕਿਸੇ ਹੋਰ ਨਾਲ ਸਮਝੌਤਾ ਕਰਨ ਦੀ ਸਿਆਣਪ ਕਰਦੀ ਹੈ। ਪ੍ਰੇਮਿਕਾ ਉਤਨੀ ਹੀ ਸੁੰਦਰ ਹੁੰਦੀ ਹੈ ਜਿਤਨੀ ਸੁੰਦਰਤਾ ਵੇਖਣ ਦੀ ਪ੍ਰੇਮੀ ਵਿੱਚ ਹਿੰਮਤ ਹੁੰਦੀ ਹੈ। ਸੁੰਦਰ ਉਹ ਹੈ ਜਿਸ ਦੀ ਹਾਜ਼ਰੀ ਵਿੱਚ ਉਦਾਸ ਰਹਿਣਾ ਅਸੰਭਵ ਹੋ ਜਾਵੇ। ਕਈਆਂ ਦੀ ਕਿਸਮਤ ਇਤਨੀ ਮਾੜੀ ਹੁੰਦੀ ਹੈ ਕਿ ਜੇ ਉਹ ਸ਼ਮਸ਼ਾਨ ਘਾਟ ਵਿੱਚ ਲੱਕੜਾਂ ਦਾ ਠੇਲਾ ਲੈ ਲੈਣ ਤਾਂ ਲੋਕ ਮਰਨਾ ਬੰਦ ਕਰ ਦਿੰਦੇ ਹਨ। ਕਈਆਂ ਦੀ ਕਿਸਮਤ ਇਤਨੀ ਮਾੜੀ ਹੁੰਦੀ ਹੈ ਕਿ ਜੇ ਉਹ ਸ਼ਮਸ਼ਾਨ ਘਾਟ ਵਿੱਚ ਲੱਕੜਾਂ ਦਾ ਠੇਕਾ ਲੈ ਲੈਣ ਤਾਂ ਲੋਕ ਮਰਨਾ ਬੰਦ ਕਰ ਦਿੰਦੇ ਹਨ। ਜਦੋਂ ਮਹਿਬੂਬ ਹੱਸਦੀ ਹੈ ਤਾਂ ਆਸ਼ਕ ਸਮਝਦਾ ਹੈ ਕਿ ਹੁਣ ਪੰਛੀਆਂ ਦੇ ਗਾਉਣ ਦੀ ਲੋੜ ਨਹੀਂ ਰਹੀ। ਮੁਸਕਰਾਹਟ ਉਪਜਣ ਨਾਲ ਲਟਕਿਆ ਚਿਹਰਾ ਵੀ ਫੈਲ ਕੇ ਗੋਲ ਹੋਣ ਕਰਕੇ ਸੋਹਣਾ ਲੱਗਣ ਲੱਗ ਪੈਂਦਾ ਹੈ। ਪ੍ਰੇਮਿਕਾ ਦਾ ਅਚਾਨਕ ਮਿਲ ਪੈਣਾ ਇਵੇਂ ਹੁੰਦਾ ਹੈ ਜਿਵੇਂ ਮੱਸਿਆ ਦੀ ਰਾਤ ਨੂੰ ਅਚਾਨਕ ਚੰਨ ਨਿਕਲ ਆਵੇ। ਸੰਸਾਰ ਵਿੱਚ ਮਨੁੱਖ ਨੂੰ ਆਪਣੀ ਪਛਾਣ ਕਦੇ ਵੀ ਨਹੀਂ ਲੱਭਦੀ। ਕਦੀ ਸ਼ੀਸ਼ਾ ਬਦਲ ਜਾਂਦਾ ਹੈ, ਕਦੀ ਚਿਹਰਾ। ਧਰਮ ਵਾਂਗ ਸਰਕਾਰ ਦਾ ਜਨਮ ਵੀ ਜੀਵਨ ਵਿੱਚ ਭੈ, ਅਸੁਰੱਖਿਆ ਅਤੇ ਅਨਿਸ਼ਚਿਤਤਾ ਵਿੱਚੋਂ ਹੁੰਦਾ ਹੈ। ਸਿਧਾਂਤ ਸਿਧਾਂਤਕਾਰਾਂ ਦੇ ਆਪਣੇ ਸਹੀ ਹੋਣ ਸਮਝਣ ਦੀ ਹਉਮੈ ਵਿੱਚੋਂ ਜਨਮਦੇ ਹਨ। ਨਾ ਕਹਿਣੀ ਵੀ ਸਿੱਖੋ ਅਤੇ ਨਾ ਸੁਣਨੀ ਵੀ ਸਿੱਖੋ। ਕਿਸਾਨ ਮੌਸਮ ਦੀਆਂ ਗੱਲਾਂ ਕਰਦੇ ਕਰਦੇ ਰੱਬ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਨ। ਮਾਯੂਸੀ ਪੈਦਾ ਕਰਨ ਵਾਲੇ ਕਿਸੇ ਸੱਚ ਨੂੰ ਜਾਣਨ ਨਾਲੋਂ ਉਸ ਪ੍ਰਤੀ ਅਣਜਾਣ ਹੋਣ ਵਿੱਚ ਹੀ ਸਿਆਣਪ ਹੈ। ਬੱਚਿਆਂ ਦੇ ਬੱਚਿਆਂ ਨਾਲ ਖੇਡਣ ਦਾ ਅਵਸਰ ਮਿਲਣਾ ਖੁਸ਼ਕਿਸਮਤੀ ਹੈ। ਵਿਗਿਆਨ ਦੇ ਆਦਾਨ ਪ੍ਰਦਾਨ ਵਿੱਚ ਦੇਸ਼ ਭਗਤੀ ਅਤੇ ਧਾਰਮਿਕ ਸੰਕੀਰਣਤਾ ਦੀਆਂ ਕੰਧਾਂ ਨਹੀਂ ਹੁੰਦੀਆਂ। ਪੁਰਸ਼ ਇਤਨਾ ਨਿਆਸਰਾ ਕਦੇ ਨਹੀਂ ਹੁੰਦਾ ਕਿ ਉਹ ਲੋਕਾਂ ਸਾਹਮਣੇ ਰੋਣ ਲੱਗ ਪਵੇ। ਇਸਤਰੀ ਇਤਨੀ ਪ੍ਰਸੰਨ ਕਦੇ ਨਹੀਂ ਹੁੰਦੀ ਕਿ ਉਹ ਅਜਨਬੀਆਂ ਸਾਹਮਣੇ ਹੱਸਣ ਲੱਗ ਪਵੇ। ਸਾਡੀਆਂ ਖੁਸ਼ੀਆਂ ਦਾ ਆਧਾਰ ਵੀ ਪਰਿਵਾਰ ਹੁੰਦਾ ਹੈ ਅਤੇ ਸਾਡੀਆਂ ਪਰੇਸ਼ਾਨੀਆਂ ਦਾ ਕਾਰਨ ਵੀ ਪਰਿਵਾਰ ਹੁੰਦਾ ਹੈ।
ਉਦਯੋਗਿਕ ਸਮਾਜ ਪ੍ਰਜਾਤੰਤਰ ਦੀ ਮੰਗ ਕਰਦੇ ਹਨ ਅਤੇ ਪ੍ਰਜਾਤੰਤਰ ਮੁਕਾਬਲੇ ਦੀ ਬਿਰਤੀ ਉਪਜਦਾ ਹੈ, ਉਪਜਾ ਕੇ ਸਮਾਜ ਵਿੱਚ ਈਰਖਾ ਵਧਾਉਂਦੇ ਹਨ। ਜੇ ਸਮਾਜ ਵਿੱਚ ਇਸਤਰੀ ਦੀ ਸਥਿਤੀ ਨੀਵੀਂ ਹੋਵੇਗੀ ਤਾਂ ਜੋ ਕੁਝ ਵੀ ਇਸਤਰੀ ਨਾਲ ਜੋੜਿਆ ਜਾਵੇਗਾ ਉਸ ਦੀ ਪੱਧਰ ਵੀ ਨੀਵੀਂ ਹੋ ਜਾਵੇਗੀ। ਅਧਿਆਪਕ ਇੱਕ ਦਿਸ਼ਾ ਦੀ ਸਿਖਲਾਈ ਦਿੰਦਾ ਹੈ, ਬਾਕੀ ਦਿਸ਼ਾਵਾਂ ਵਿਦਿਆਰਥੀ ਨੇ ਆਪ ਲੱਭਣੀਆਂ ਹੁੰਦੀਆਂ ਹਨ। ਧਰਮ ਸੁਤੰਤਰ ਸੋਚ ਨੂੰ ਕੁਚਲਦਾ ਹੈ। ਸੋਚ ਤਰਕ ਉੱਤੇ ਆਧਾਰਿਤ ਹੁੰਦੀ ਹੈ। ਤਰਕ ਅਤੇ ਧਰਮ ਇੱਕ ਦੂਜੇ ਨੂੰ ਰੱਦ ਕਰਦੇ ਹਨ। ਜਿਹੜੇ ਸੋਚ ਦੇ ਪੱਖੋਂ ਜ਼ਮਾਨੇ ਨਾਲੋਂ ਅੱਗੇ ਹੁੰਦੇ ਹਨ, ਉਹਨਾਂ ਦੀ ਸੋਚ ਉਹਨਾਂ ਦਾ ਔਗੁਣ ਗਿਣੀ ਜਾਂਦੀ ਹੈ। ਥੱਕੇ ਹੋਏ ਮਨੁੱਖ ਨੂੰ ਉਹ ਵਿਚਾਰ ਅਤੇ ਡਰ ਗ੍ਰਿਫਤਾਰ ਕਰ ਲੈਂਦੇ ਹਨ ਜਿਹੜੇ ਉਹ ਸਮਝਦਾ ਹੈ ਕਿ ਉਸਨੇ ਫਤਿਹ ਕਰ ਲਏ ਸਨ। ਅਨੇਕਾਂ ਸਵਾਲਾਂ ਦੇ ਜਵਾਬ ਪੁੱਛਣ ਵਾਲੇ ਦੇ ਚਲੇ ਜਾਣ ਮਗਰੋਂ ਹੀ ਸੁੱਝਦੇ ਹਨ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।